ਹੁਣ ਅੱਗੇ ਵਧਦੇ ਹਾਂ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਖਤਮ ਹੋ ਚੁੱਕੀ ਔਰ ਕੁਝ ਹੀ ਦੇਰ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਖੁਦ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦੇਣਗੇ। ਲਾਈਵ ਆ ਕੇ ਖੁਦ ਪ੍ਰੈਸ ਕਾਨਫਰੰਸ ਕਰਨਗੇ ਔਰ ਐਸਜੀਪੀਸੀ ਪ੍ਰਧਾਨ ਸੰਬੋਧਨ ਕਰਨਗੇ ਕਿਉਂਕਿ ਕਈ ਕੁਝ ਅਹਿਮ ਮਸਲੇ ਜਿਹੜੇ ਨੇ ਉਹ ਇਸ ਦੇ ਵਿੱਚ ਚੁੱਕੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ। ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਨੇ ਉਹ ਆ ਚੁੱਕੇ ਨੇ ਔਰ संबोधन करन जा रहे हैं क्योंकि हुणे थोड़ी देर पहला अंतरिंग कमेटी की जिहड़ी बैठक है वो खत्म हुई है और कुछ ही देर दे विच हुण जिहड़ी तस्वीरां तुसीं वेख पा रहे हो इस वेले अमृतसर तो असीं लाइव है और इत्थे श्रोमणी कमेटी गुरुद्वारा प्रबंधक कमेटी का दफ्तर है जिस दे विच जिहड़ी प्रेस कॉन्फ्रेंस है वो कीती जा रही है। ਤੇ ਅੱਜ ਅੰਤਰਿੰਗ ਕਮੇਟੀ ਦੀ ਬੈਠਕ ਕੀਤੀ ਗਈ ਐਸਜੀਪੀਸੀ ਵੱਲੋਂ ਔਰ ਕੁਝ ਅਹਿਮ ਮਸਲਿਆਂ ਨੂੰ ਲੈ ਕੇ ਗੰਭੀਰ ਵਿਚਾਰ ਚਰਚਾ ਕੀਤੀ ਗਈ ਔਰ ਉਸ ਦੇ ਬਾਰੇ ਹੀ ਜੋ ਬਰੀਫਿੰਗ ਹੈ ਉਸ ਨੂੰ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਜਾ ਰਿਹਾ ਹੈ। ਤੇ ਤੁਹਾਨੂੰ ਇਹ ਦੱਸ ਰਹੀ ਕਈ ਮਸਲੇ ਜਿਹੜੇ ਨੇ ਉਹ ਪੱਖੇ ਹੋਏ ਨੇ ਐਸਜੀਪੀਸੀ ਦੇ ਨਾਲ ਹੀ ਸੰਬੰਧਿਤ ਸਰੂਪ ਚੋਰੀ ਹੋਣ ਦਾ ਮਸਲਾ ਵੀ ਇਸ ਦੇ ਵਿੱਚ ਗੰਭੀਰ ਹੈ ਔਰ ਕਈ ਦਿਨਾਂ ਤੋਂ ਇਸ ਤੇ ਚਰਚਾ ਚੱਲ ਰਹੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਇੱਕ ਉਚੇਚੀ ਜਿਹੜੀ ਇਕੱਤਰਤਾ ਬੁਲਾਈ ਗਈ ਹੈ ਔਰ ਜਿਹਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਕਾਫੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਕਿ 19/5/2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਬਲਿਕੇਸ਼ਨ ਵਿਭਾਗ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਔਰ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪਾਂ ਨੂੰ ਅੱਗ ਲੱਗ ਗਈ ਸੀ ਔਰ ਉਹ ਅੱਗ ਨੂੰ ਬੁਝਾਉਣ ਵਾਸਤੇ ਜਦੋਂ ਜਿਹੜੇ ਅੱਗ ਬੁਝਾਊ ਯੰਤਰ ਸਨ ਉਹ ਆਏ ਸੀ ਸੋ ਉਹ ਪਾਣੀ ਦੇ ਨਾਲ ਵੀ ਸਾਡੇ ਜਿਹੜੇ ਪਾਵਨ ਸਰੂਪ ਸੀ ਕੁਝ ਨੁਕਸਾਨੇ ਗਏ ਸੀ। ਸੋ ਇਸ ਲਈ ਇਹ ਇੱਕ ਬਹੁਤ ਮੰਦਭਾਗੀ ਘਟਨਾ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਰੱਖੀ ਹੋਈ ਸੀ ਔਰ ਜਥੇਦਾਰ ਅਵਤਾਰ ਸਿੰਘ ਮੱਕੜ ਉਸ ਸਮੇਂ ਪ੍ਰਧਾਨ ਸਨ ਔਰ ਉਹ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਸੀ ਉਹ ਵੀ ਮੁਲਤਵੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਅਧਿਕਾਰੀ ਸਕੱਤਰ ਤੇ ਹੋਰ ਸਾਰੇ ਅਧਿਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅੰਤਰਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਉਸ ਮੌਕੇ 'ਤੇ ਪੁੱਜੇ ਸਨ ਔਰ ਉਹਨਾਂ ਜੋ 14 ਗੁਰੂ ਸਾਹਿਬ ਦੇ ਪਾਵਨ ਸਰੂਪ ਸਨ ਔਰ ਉਹਨਾਂ ਨੂੰ ਗੋਇੰਦਵਾਲ ਸਾਹਿਬ ਜਾ ਕੇ ਸੰਸਕਾਰ ਕੀਤਾ ਗਿਆ। ਸੋ ਮੈਂ ਸਮਝਦਾ ਅੱਜ ਕੱਲ੍ਹ ਇਹ ਬਹੁਤ ਇੱਕ ਮੀਡੀਆ ਦੇ ਵਿੱਚ ਵੀ ਆ ਰਿਹਾ ਹੈ ਔਰ ਮੈਂ ਸਮਝਦਾ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਿੱਠੀ ਵੀ ਲਿਖੀ ਸੀ ਕਿ ਇਹਦੀ ਇੱਕ ਉੱਚ ਪੱਧਰੀ ਜਾਂਚ ਕਰਾਈ ਜਾਵੇ। ਸੋ ਅਸੀਂ ਉਹ ਜਾਂਚ ਜਿਹੜੀ ਹੈ ਉਹ ਕਮੇਟੀ ਵੀ ਬਣਾ ਦਿੱਤੀ ਸੀ ਲੇਕਿਨ ਇਹ ਬਹੁਤ ਇੱਕ ਗੰਭੀਰ ਮਸਲਾ ਹੈ ਔਰ ਸਿੱਖ ਸੰਗਤਾਂ ਦੇ ਵਿੱਚ ਉਤਸੁਕਤਾ ਹੈਗੀ ਇਹਦੀ ਸੱਚਾਈ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਲਿਆਈ ਜਾਵੇ। ਉਹਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਇਆ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਨੂੰ ਮੁੱਖ ਰੱਖਦੇ ਹੋਇਆ ਜੋ ਅੱਜ ਸਾਰੇ ਚਰਚਾ ਚੱਲ ਰਹੀ ਹੈ ਬਹੁਤ ਸਾਰੇ ਦੀ ਇਹ ਵੀ ਔਰ ਸਾਰੀ ਸਿੱਖ ਸੰਗਤ ਦੀ ਇੱਕ ਮੰਗ ਹੈ ਕਿ ਇਹਨੂੰ ਸਾਫ਼ ਤੌਰ 'ਤੇ ਜਿਹੜਾ ਸੱਚਾਈ ਲੋਕਾਂ ਦੇ ਸਾਹਮਣੇ ਆਵੇ। ਸੋ ਅੱਜ ਅਸੀਂ ਸਾਡੀ ਅੰਤਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ 'ਤੇ ਬੜੀ ਭਾਰੀ ਚਰਚਾ ਕੀਤੀ ਗਈ। ਉਪਰੋਕਤ ਉਸ ਤੋਂ ਬਾਅਦ ਇੱਕ ਮਤਾ ਪਾਸ ਕੀਤਾ ਗਿਆ ਔਰ ਕਿ ਇਹ ਅੱਜ ਦੀ ਇਕੱਤਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਘਟਨਾ ਵਾਪਰੀ ਔਰ ਇਹ ਪੜਤਾਲ ਦੇ ਲਈ ਸਬ ਕਮੇਟੀ ਦੀ ਮੁੱਢਲੀ ਜਾਣਕਾਰੀ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਇਸ ਗੰਭੀਰ ਘਟਨਾ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਸੋ ਅੱਜ ਦੀ ਇਹ ਇਕੱਤਰਤਾ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਦੀ ਜਾਂਚ ਦੀ ਜਿਹੜੀ ਨਿਰਪੱਖਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆਪ ਜਾਂਚ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਪੜਤਾਲ
ਕਿਸੇ ਸੀਨੀਅਰ ਸਿੱਖ ਜੱਜ ਜੋ ਸੇਵਾ ਮੁਕਤ ਜਾਂ ਕਿਸੇ ਪ੍ਰਮੁੱਖ ਸ਼ਖਸੀਅਤ ਤੋਂ ਸਾਰੀ ਸੱਚਾਈ ਦੀ ਜਿਹੜੀ ਪੜਤਾਲ ਕਰਾਈ ਜਾਵੇ ਤਾਂ ਕਿ ਅਸਲ ਸੱਚਾਈ ਹੈ ਜਿਹੜੀ ਲੋਕਾਂ ਦੇ ਸਾਹਮਣੇ ਆਵੇ। ਇਸ ਦੇ ਲਈ ਅੱਜ ਹੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਇਹ ਬੇਨਤੀ ਕਰਾਂਗੇ ਔਰ ਇਹਦੇ ਨਾਲ ਅਸੀਂ ਇਹ ਵੀ ਅੱਜ ਇਹ ਪ੍ਰਵਾਨ ਕੀਤਾ ਗਿਆ ਹੈ ਕਿ ਜਿੰਨੇ ਵੀ ਉੱਥੇ ਅਧਿਕਾਰੀ ਇਸ ਜਾਂਚ ਨੂੰ ਉੱਥੇ ਲੱਗੇ ਹੋਏ ਨੇ ਔਰ ਉਹਨਾਂ ਜਾਂ ਪ੍ਰਭਾਵਿਤ ਨਾ ਹੋਵੇ, ਇਸ ਕਰਕੇ ਪਬਲਿਕੇਸ਼ਨ ਜਲਬੰਦੀ ਵਿਭਾਗ ਨਾਲ ਸੰਬੰਧਿਤ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਜਿਨ੍ਹਾਂ ਵਿੱਚ CGL ਸੁਪਰਵਾਈਜ਼ਰ ਇੰਚਾਰਜ ਮੀਤ ਸਕੱਤਰ ਡੀਸੀ ਸਕੱਤਰ ਤੇ ਸਕੱਤਰ ਤੁਰੰਤ ਜਿਹੜੇ ਨੇ ਉਹ ਤਬਦੀਲ ਕੀਤੇ ਜਾਣ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਜਿਹੜੀ ਸੱਚਾਈ ਹੈ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਸਾਰੀ ਗੱਲ ਦਾ ਇਹਦਾ ਪਤਾ ਲੱਗ ਸਕੇ। ਜਿਹੜੇ ਲੋਕ ਸਾਡੇ ਤੇ ਉਂਗਲਾਂ ਵੀ ਉਠਾਉਂਦੇ ਨੇ ਸਾਡੇ ਵਿਰੋਧੀ ਨੇ ਔਰ ਉਹਨਾਂ ਦੇ ਮੂੰਹ ਵੀ ਬੰਦ ਹੋ ਸਕਣ ਜੋ ਕਿ ਸੱਚਾਈ ਲੋਕਾਂ ਸਾਹਮਣੇ ਆਏਗੀ ਔਰ ਸਹੀ ਤੌਰ ਤੇ ਨਿਰਪੱਖਤਾ ਨਾਲ ਜਿਹੜੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹਦੀ ਔਰ ਪੜਤਾਲ ਕਰਾਉਣਗੇ। ਕਿਉਂਕਿ ਅਸੀਂ ਨਹੀਂ ਛੁਪਾਉਣਾ ਚਾਹੁੰਦੇ ਔਰ ਕੋਈ ਵੀ ਬੰਦਾ ਕੋਈ ਭਾਵੇਂ ਅਧਿਕਾਰੀ ਹੈ ਭਾਵੇਂ ਔਰ ਕੋਈ ਸਾਡਾ ਮੈਂਬਰ ਸ਼੍ਰੋਮਣੀ ਕਮੇਟੀ ਹੈ ਕੋਈ ਲੀਡਰ ਹੈ ਕੋਈ ਵੀ ਇਹਦੇ ਵਿੱਚ ਆਵੇ ਤਾਂ ਕਿ ਲੋਕਾਂ ਸਾਹਮਣੇ ਆਉਣਾ ਚਾਹੀਦਾ ਔਰ ਜਿਹੜਾ ਵੀ ਦੋਸ਼ੀ ਹੈ ਉਹਨੂੰ ਦੋਸ਼ੀ ਔਰ ਇਹ ਜਿਹੜੀ ਪੜਤਾਲ ਕਮੇਟੀ ਹੋਵੇਗੀ ਪਾਵੇ ਤਾਂ ਕਿ ਜੋ ਵੀ ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਜਿਹੜੀ ਹੁਣ ਤੱਕ ਕਮੇਟੀ ਬਣਾਈ ਸੀਗੀ ਉਹਨੇ ਕੁਝ ਦਿੱਤੀ ਰਿਪੋਰਟ ਉਹਨੇ ਕੁਝ ਮੁੱਢਲੀਆਂ ਰਿਪੋਰਟਾਂ ਦਿੱਤੀਆਂ ਨੇ ਉਹ ਸਾਰੀਆਂ ਵਿੱਚ ਅੱਜ ਵਿਚਾਰੀਆਂ ਗਈਆਂ। ਉਹਨਾਂ ਦੀ ਰਿਪੋਰਟਾਂ ਦੇ ਆਧਾਰ ਤੇ ਹੀ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈਗਾ। ਉਹਨਾਂ ਦੀ ਮੁੱਢਲੀ ਰਿਪੋਰਟ ਕੀ ਹੈ ਜੀ, ਕੀ ਇੰਡੀਕੇਟ ਕਰਦੇ ਆ? ਸੋ ਉਹ ਤਾਂ ਹੁਣ ਸਾਰਿਆਂ ਨੂੰ ਦੱਸਿਆ ਜਾਊਗਾ। ਉਹ ਜਿਹੜੀ ਅਗਲੀ ਪੜਤਾਲ ਆਊਗੀ ਜੋ ਸਿੰਘ ਸਾਹਿਬ ਕਰਾਉਣਗੇ ਉਹਦੇ ਵਿੱਚ ਹੀ ਸਾਰਾ ਸੱਚਾਈ ਸਾਹਮਣੇ ਆਏਗੀ। ਜੀ ਹਰ ਸਾਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਆਡਿਟ ਹੁੰਦਾ ਜੀ ਤੇ ਜਿੰਨੇ ਪਾਵਨ ਸਰੂਪ ਦਾ ਦੋਸ਼ ਲੱਗ ਰਿਹਾ ਜੀ ਬਹੁਤ ਵੱਡੀ ਗਿਣਤੀ ਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਨੇ ਉਹ ਆਡਿਟ ਦੇ ਵਿੱਚ 4 ਸਾਲ ਦੇ ਵਿੱਚ ਸਾਹਮਣੇ ਹੀ ਨਹੀਂ ਆਇਆ ਜੀ ਕੋਈ ਕੇਸ ਵੀ ਕੋਈ ਇੱਥੇ ਗੜਬੜ ਹੈਗੀ ਆ ਜਾਂ ਸਰੂਪ ਘੱਟ ਨੇ। ਦੇਖੋ ਉੱਥੇ ਜਿਹੜੇ ਉਹ ਸਦਾ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਸੀ ਉਹ ਬੜੇ ਲੰਮੇ ਸਮੇਂ ਤੋਂ ਉੱਥੇ ਉਹ ਕੰਮ ਕਰਦਾ ਆ ਰਿਹਾ ਸੀ। ਉਹਦੀ ਰਿਟਾਇਰਮੈਂਟ ਹੋ ਗਈ ਆ 31 ਤਰੀਕ ਨੂੰ। ਜਦੋਂ ਰਿਟਾਇਰਮੈਂਟ ਹੋਈ ਦੂਸਰੇ ਨੇ ਚਾਰਜ ਲੈਣਾ ਸੀ ਤਾਂ ਉਸ ਸਮੇਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਇਹ ਸਰੂਪ ਘੱਟ ਪਾਏ ਗਏ। ਸਾਰੀਆਂ ਉਸ ਵੇਲੇ ਸਾਰੀ ਗੱਲ ਸਾਹਮਣੇ ਆਈ ਹੈ। ਸਾਹਿਬ ਜੀ ਪ੍ਰਧਾਨ ਜੀ ਹੁੰਦਾ ਆਡਿਟ ਜਿਹੜਾ ਵੀ ਚੈੱਕ ਹੁੰਦਾ ਵੀ ਕਿੰਨੀ ਮਾਇਆ ਆਈ ਆ ਕਿੰਨੇ ਸਰੂਪ ਗਏ ਨੇ ਇਹ 4 ਸਾਲ ਬਾਅਦ ਹੀ ਕਿਉਂ ਚੈੱਕ ਹੋਇਆ ਜੀ? ਕਿਉਂਕਿ ਉੱਥੇ ਦੇ ਜਿਹੜੇ ਅਧਿਕਾਰੀ ਉਹੀ ਰੱਖਦੇ ਨੇ ਸਾਰਾ ਰਿਕਾਰਡ ਉਹਨਾਂ ਕੋਲ ਹੀ ਹੁੰਦਾ ਹੈ ਸਾਰਾ। ਪਰ ਰਿਪੋਰਟ ਤਾਂ ਦਫ਼ਤਰ ਨੂੰ ਭੇਜਦੇ ਹੋਣਗੇ ਨਾ ਜੀ ਕਿ ਇਹਦੇ 'ਚ ਸਾਡੇ ਕੋਲ ਇੰਨਾ ਸਰੂਪ ਹੈਗੇ ਨੇ ਤੇ ਇੰਨੀ ਤੁਹਾਨੂੰ ਪੇਮੈਂਟ ਆਈ ਹੈ। ਉਹ ਤਾਂ ਸਾਰਾ ਉੱਥੇ ਦੇਖਿਆ ਜਾਵੇਗਾ ਜੋ ਪੜਤਾਲ ਹੋਊਗੀ ਸਾਰਾ ਸਾਹਮਣੇ ਇਹ ਆਏਗਾ। ਤੇ ਸਿਰਫ 2016 ਦਾ ਮਾਮਲਾ ਸਾਹਮਣੇ ਆਇਆ ਉਸ ਤੋਂ 4 ਸਾਲ ਬਾਅਦ ਵੀ ਕਮਲਜੀਤ ਸਿੰਘ ਰਿਹਾ ਵਾ। ਇਹ ਤੇ ਹੋ ਨਹੀਂ ਸਕਦਾ ਕਿ 267 ਸਰੂਪ ਹੀ ਉਹਨੇ ਵੇਚੇ ਹੋਣ। ਦੇਖੋ ਜ਼ਿਆਦਾ ਕੁਝ ਆਪਾਂ ਇਹ ਵਿੱਚ ਨਹੀਂ ਕਹਿਣਾ। ਦੇਖੋ ਹੁਣ ਅਸੀਂ ਅਕਾਲ ਤਖ਼ਤ ਨੂੰ ਇਹ ਸੌਂਪਤਾ ਜੋ ਵੀ ਪੜਤਾਲ ਵਿੱਚ ਆਏਗਾ ਔਰ ਉਹ ਨਿਰਪੱਖ ਸਾਡੇ ਸਾਰੇ ਫਿਕਸ ਨੇ ਜਿਹੜੇ ਹੈਗੇ ਨੇ ਸਾਰੇ ਸਾਹਮਣੇ ਆ ਜਾਣਗੇ। ਫੈਕਟ ਜਿਹੜੇ ਸਾਰੇ ਸਾਹਮਣੇ ਆ ਜਾਣਗੇ। ਇਸੇ ਕਰਕੇ ਵਧਾਈਆਂ ਜਾਂਚ ਇਸੇ ਕਰਕੇ ਜੱਜ ਨੂੰ ਵੀ ਜਾਂਚ ਕੀਤੀ ਗਈ ਜਿਸ ਤਰ੍ਹਾਂ ਹੁਣ ਕਿਹਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਹਿੰਦੇ ਕਿ ਉਹ ਜਾਂਚ ਕਰਵਾਉਣ ਪਹਿਲਾਂ ਐਸਾ ਆਈਟਮ ਹੋਇਆ ਕਿ ਇਸ ਤਰ੍ਹਾਂ ਪਹਿਲਾਂ ਜਾਂਚ ਹੋਈ ਹੋਵੇ ਕਿਉਂਕਿ ਅਕਾਲ ਤਖ਼ਤ ਸਾਹਿਬ ਉਹ ਮੁੱਦਾ ਇਸ ਤਰ੍ਹਾਂ ਦਾ ਆਇਆ ਸਾਡੇ ਸਾਹਮਣੇ ਆ ਬੜੇ ਸੈਂਸਿਟਿਵ ਮੁੱਦਾ ਹੈ। ਬਹੁਤ ਗੰਭੀਰਤਾ ਨਾਲ ਅਸੀਂ ਇਹਦੇ ਸਾਰੀ ਵਿਚਾਰ ਕੀਤੀ। ਮੁੱਦੇ ਤੇ ਪ੍ਰਧਾਨ ਜੀ ਹਰ ਸਾਲ ਨਵੇਂ ਤੋਂ ਨਵੇਂ ਆਉਂਦੇ ਨੇ। ਸਾਹਮਣੇ ਆਉਂਦਾ ਕਿ ਜਾਂਚ ਇਹ ਹੋਰ ਦਿੱਤੀ ਜਾ ਸਕਦੀ ਹੈ ਜਾਂ ਜੀ ਵਿੱਚ ਕਿਸੇ ਵੀ ਪਰਮੰਦਾ ਜੇ ਕੋਈ ਸਵਾਲ ਚੁੱਕਦਾ ਤਾਂ ਕਿਸ ਤਰ੍ਹਾਂ ਕਿ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦੀ ਜਾਂਚ ਕੇ ਹੋਰ ਦੁਬਾਰਾ ਦਿੱਤੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇਹ ਮੁੱਦੇ ਦੀ ਜਾਂਚ ਕਰਨਗੇ ਰਿਟਾਇਰ ਜੱਜ ਤੇ ਹੋਰ ਕੋਈ ਲੋਕਾਂ ਦੀ ਮੰਗ ਹੋਵੇ ਜਿਸ ਤਰ੍ਹਾਂ ਸੱਚਾਈ ਸਾਹਮਣੇ ਲਿਆਉਣ ਵਾਸਤੇ ਕੋਈ ਗੱਲ ਜਿਸ ਤਰ੍ਹਾਂ ਦੀ ਕੋਈ ਮੰਗ ਆਉਂਦੀ ਹੈ ਥੋੜਾ ਮਸਲਾ ਸਾਹਮਣੇ ਆਉਂਦਾ ਉਹਦੇ ਮੁਤਾਬਕ ਹੀ ਸਾਰਾ ਅਸੀਂ ਮਸਲਾ ਦੇਖਦੇ ਹਾਂ। ਬਾਅਦ ਅਕਾਲ ਤਖ਼ਤ ਸਾਹਿਬ ਨੂੰ ਹਦਾਇਤ ਸੀ ਨਾ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਜਿਹੜੇ ਸਾਬਕਾ ਜਨਰਲ ਸਕੱਤਰ ਹੋਏ ਸਰਦਾਰ ਸੁਖਦੇਵ ਸਿੰਘ ਭੌਰ ਉਹਨਾਂ ਨੇ ਕਿਹਾ ਕਿ ਮੇਰੇ ਇਲਾਕੇ ਦੇ ਵਿੱਚ ਇੱਕ ਇਹੋ ਜਿਹਾ ਡੇਰਾ ਜਿੱਥੇ ਕਿ ਗੁਰਮਤਿ ਮਰਿਆਦਾ ਦੀਆਂ ਉਲੰਘਣਾ ਹੁੰਦੀਆਂ ਨੇ ਪਰ ਉੱਥੇ ਧਿਆਨ ਨਹੀਂ ਰੱਖਿਆ ਜਾਂਦਾ ਗੁਰਮਤਿ ਬਾਰੇ। ਉੱਥੇ ਵੀ ਸਰੂਪ ਭੇਜੇ ਗਏ ਨੇ 40 ਸਰੂਪ ਦੇ ਕਰੀਬ। ਦੇਖੋ ਜੋ ਵੀ ਹੈ ਉਹ ਸਾਰਾ ਸਾਹਮਣੇ ਆ ਜਾਊਗਾ। ਅੱਜ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿੱਥੇ ਭੇਜੇ ਗਏ ਕਿੰਨੇ ਘੱਟ ਨੇ। ਇਹਦਾ ਪੜਤਾਲ ਦਾ ਹਿੱਸਾ ਸਾਰਾ ਜਦੋਂ ਵੀ ਪੜਤਾਲ ਸਾਹਮਣੇ ਆਊ ਸਾਰਾ ਕੁਝ ਆਪਣੇ ਸਾਹਮਣੇ ਆ ਜਾਣਾ। ਠੀਕ ਹੈ और ये समाबाद टाइम बाउंड टाइप ही है। समाबाद है बहुत छेती आ जाएंगे सारे फैक्टर सामने।
ਬੇਅਦਬੀ ਬਾਰੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕੀਤਾ, ਪਰ ਜਿਹੜਾ ਬਰਗਾੜੀ ਕਾਂਡ ਨੂੰ ਲੈ ਕੇ ਜਾਂਚ ਜਿਹੜੀ ਹੁਣ ਤੱਕ ਚੱਲ ਰਹੀ ਹੈ, ਕੀ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ? ਕਿਉਂਕਿ ਹੁਣ ਡੇਰਾ ਮੁਖੀ ਨੂੰ ਵੀ ਉਹਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੇਖੋ ਅਸੀਂ ਤਾਂ ਹਰ ਉਹਦਾ ਦੇਖੋ ਜਾਂਚ ਚੱਲਦੀ ਹੈ, ਹਰ ਤਰ੍ਹਾਂ ਦੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਇਸ ਤਾਂ ਇੱਕ ਤਾਂ ਇਹ ਕਹਿ ਰਹੇ ਹਾਂ ਕਿ ਉਹ ਸਿਆਸਤ ਨਹੀਂ ਹੋਣੀ ਚਾਹੀਦੀ, ਦੂਸਰਾ ਹਰ ਗੁਰਸਿੱਖ ਚਾਹੁੰਦਾ ਹੈ, ਅਸੀਂ ਵੀ ਚਾਹੁੰਦੇ ਹਾਂ, ਔਰ ਜਿਹੜੇ ਵੀ ਕੋਈ ਉਹਦੇ 'ਚ ਦੋਸ਼ੀ ਹੈ ਉਹ ਲੋਕਾਂ ਸਾਹਮਣੇ ਆਵੇ, ਉਹਨੂੰ ਕਾੜੀ ਤੋਂ ਕਾੜੀ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਧਾਨ ਜੀ, ਢੀਂਡਸਾ ਸਾਹਿਬ ਵੱਲੋਂ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਮੰਗ ਕੀਤੀ ਜਾ ਰਹੀ ਹੈ। ਕੈਬਨਿਟ ਸਰਕਾਰ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਆ, ਗੁਰਦੁਆਰਾ ਚੋਣ ਕਮਿਸ਼ਨਰ ਲਾਇਆ ਜਾ ਰਿਹਾ ਜੀ। ਦੇਖੋ ਮੈਂ ਢੀਂਡਸਾ ਸਾਹਿਬ ਨੂੰ ਇਹ ਕਹਿਣਾ, ਉਹ ਪਹਿਲਾਂ ਸਾਡੀ ਚੋਣ ਦੀ ਬਜਾਏ ਜਿਸ ਟਰਸਟ ਦੇ ਉਹ ਚੇਅਰਮੈਨ ਨੇ ਸੰਤ ਬਾਬਾ ਆਤਰ ਸਿੰਘ ਜੀ, ਜੋ ਮਸਤੂਆਣਾ ਸਾਹਿਬ ਹੈ, ਗੁਰੂ ਸਾਹਿਬ ਉਹਨਾਂ ਦੇ ਸਾਰੀ ਬਰਸਾਈ ਧਰਤੀ ਹੈ ਬਾਬਾ ਜੀ ਦੀ, ਔਰ ਬਹੁਤ ਲੰਬੇ ਸਮੇਂ ਤੋਂ ਪ੍ਰਧਾਨ ਚੱਲਦੇ ਆ ਰਹੇ ਨੇ। ਅੱਜ 8 ਸਾਲ ਜਿਹੜੀ ਉੱਥੇ ਕੌਂਸਲ ਹੈ ਉਹਦੀ ਹਰ 3 ਸਾਲਾਂ ਬਾਅਦ ਜਿਹੜੀ ਹੈ ਉਹਦੀ ਚੋਣ ਹੁੰਦੀ ਹੈ, ਲੇਕਿਨ 8 ਸਾਲ ਹੋ ਗਏ ਅਜੇ ਤੱਕ ਢੀਂਡਸਾ ਸਾਹਿਬ ਨੇ ਉਹਦੀ ਚੋਣ ਨਹੀਂ ਕਰਵਾਈ, ਔਰ ਬੇਇੱਜ਼ਤੀ ਜਿਵੇਂ ਉੱਥੇ ਹੋ ਰਹੀਆਂ ਨੇ। ਉੱਥੇ ਇਹ ਵੀ ਹੈ ਉਹਦੇ ਸੰਵਿਧਾਨ ਦੇ ਵਿੱਚ ਜਿਹੜਾ ਟਰਸਟ ਦਾ ਚੇਅਰਮੈਨ ਹੈ ਉਹ ਜਿਹੜਾ ਕੌਂਸਲ ਦਾ ਪ੍ਰਧਾਨ ਨਹੀਂ ਬਣ ਸਕਦਾ, ਲੇਕਿਨ ਇਹ ਦੋਲਿਆਂ ਦੇ ਪ੍ਰਧਾਨ ਨੇ, ਇਹਨਾਂ ਨੇ ਆਪਣਾ ਸਾਰਾ ਪਰਿਵਾਰ ਉੱਥੇ ਮੈਂਬਰ ਬਣਾ ਰੱਖਿਆ। ਸੋ ਮੈਂ ਸਮਝਦਾ ਪਹਿਲਾਂ ਉੱਥੋਂ ਦੀਆਂ ਜਿਹੜੀਆਂ ਬੇਨਿਜਬੀਆਂ ਨੇ, ਬੇਨਤੀ ਨੂੰ ਢੀਂਡਸਾ ਸਾਹਿਬ ਨੂੰ ਵੀ ਉਹਦੀ ਜਾਂਚ ਵੀ ਕਰਾ ਲਓ, ਉੱਥੇ ਲੋਕ ਚਾਹੁੰਦੇ ਵੀ ਨੇ ਉੱਥੋਂ ਦੀ ਚੋਣ ਪਹਿਲਾਂ ਕਰਾ ਲਓ, ਫਿਰ ਤੁਸੀਂ ਦੂਜੇ